मॉर्निंग स्टूडेंट्स, हाउ आर यू? फाइन स्टूडेंट्स, ਤੁਹਾਨੂੰ याद होएगा कि आप लास्ट वीडियो ਦੇ ਵਿੱਚ ਆਪਾਂ ਇਨਵਰਸ ਫੰਕਸ਼ਨ ਰਿਲੇਸ਼ਨ ਤੇ ਫੰਕਸ਼ਨ ਵਾਲਾ ਟੌਪਿਕ ਕਰ ਲਏ ਸੀ ਤੇ ਆਪਾਂ ਨੇ ਲਾਸਟ ਵੀਡੀਓ ਦੇ ਵਿੱਚ ਕੰਪੋਜੀਸ਼ਨ ਫੰਕਸ਼ਨ ਦੀ 1 ਔਨ ਟੂ ਬਾਰੇ ਸਿੱਖਿਆ ਸੀ। ਠੀਕ ਹੈ, ਤੇ ਆਪਾਂ ਇਨਵਰਸ ਫੰਕਸ਼ਨ ਬਾਰੇ ਵੀ ਪੜ੍ਹਿਆ ਸੀ, ਉਸ ਦੇ ਨਾਲ ਰਿਲੇਟਡ ਕੁਝ ਕੁਐਸਚਨ ਵੀ ਕੀਤੇ ਸੀ। ठीक है, ਹੁਣ मैं ਤੁਹਾਨੂੰ ना ਅੱਜ ਇੱਕ ਇਨਵਰਸ ਫੰਕਸ਼ਨ ਦੀ ਇੱਕ ਪ੍ਰੋਪਰਟੀ ਦੱਸਣ ਜਾ ਰਹੀ ਹਾਂ ਕਿ ਤੁਹਾਨੂੰ ਇੱਕ ਗੱਲ ਯਾਦ ਹੀ ਹੋਏਗੀ ਕਿ ਜੇ ਕੋਈ ਫੰਕਸ਼ਨ ਇਨਵਰਟੀਬਲ ਹੈਗਾ, ਮਤਲਬ ਕੋਈ ਵੀ ਫੰਕਸ਼ਨ ਦਾ ਇਨਵਰਸ ਐਗਜ਼ਿਸਟ ਕਰਦਾ ਹੈ ਤਾਂ ਆਪਾਂ ਪੜ੍ਹਿਆ ਸੀ ਕਿ ਉਹ ਫੰਕਸ਼ਨ ਸਾਡੇ ਕੋਲ 1 ਔਨ ਟੂ ਹੁੰਦਾ, ਮਤਲਬ 1 ਔਨ ਟੂ ਹੋਣਾ ਉਹਦੇ ਲਈ ਨੈਸੈਸਰੀ ਸਫੀਸ਼ੀਐਂਟ ਕੰਡੀਸ਼ਨ ਹੈ ਕਿ ਉਹ ਫੰਕਸ਼ਨ ਸਾਡੇ ਕੋਲ ਇਨਵਰਟੀਬਲ ਹੋਣ ਵਾਸਤੇ ਉਸਦਾ 1 ਔਨ ਟੂ ਹੋਣਾ ਜ਼ਰੂਰੀ ਹੈ ਨਾ। ਹੁਣ ਆਪਾਂ ने एक फंक्शन ले लिया x2 लेके y भी यानी इनवर्टिबल फंक्शन शो डैट f हैज़ अ यूनीक इनवर्स। ਹੁਣ ਇਸ ਕੁਐਸਚਨ ਦੇ ਵਿੱਚ ਉਹ ਕੀ ਕਹਿਣਾ ਚਾਹ ਰਹੇ ਨੇ ਕਿ ਤੁਹਾਡੇ ਕੋਲ ਫੰਕਸ਼ਨ ਜੇ ਕੋਈ ਵੀ ਫੰਕਸ਼ਨ ਇਨਵਰਟੀਬਲ ਹੈ, ਮਤਲਬ 1 ਔਨ ਟੂ ਤਾਂ ਚਲੋ ਹੈਗਾ ਹੀ ਹੈ, ਠੀਕ ਹੈ, ਜੋ ਇਨਵਰਟੀਬਲ ਹੈਗਾ ਤਾਂ ਤੁਸੀਂ ਇਹ ਸ਼ੋ ਕਰਨਾ ਹੈ ਕਿ ਜਿਹੜਾ ਫੰਕਸ਼ਨ ਹੈ ਉਸਦਾ ਇਨਵਰਸ ਕੀ ਹੋਏਗਾ, ਯੂਨੀਕ ਹੋਏਗਾ, ਮਤਲਬ ਉਸਦਾ ਇਨਵਰਸ ਐਗਜ਼ਿਸਟ ਕਰੇਗਾ ਤਾਂ ਸੀ ਬਟ ਤੇ ਇਨਵਰਸ ਹੋਏਗਾ ਵੀ ਕਿ ਯੂਨੀਕ ਹੋਏਗਾ। ਠੀਕ ਹੈ, ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ, ਜਦ ਆਪਾਂ ਕੁਝ ਵੀ ਪ੍ਰੂਵ ਕਰਨਾ ਤਾਂ ਆਪਾਂ ਕੀ ਕਰਾਂਗੇ, ਐਫ ਇਨਵਰਟੀਬਲ ਲੈ ਕੇ ਚੱਲ ਪਾਂਗੇ ਤੇ ਆਪਾਂ ਲੈ ਕੇ ਚੱਲ ਪਾਂਗੇ ਕਿ ਇਸ ਫੰਕਸ਼ਨ ਦੇ ਦੋ ਇਨਵਰਸ ਐਗਜ਼ਿਸਟ ਕਰਦੇ ਨੇ। ਆਪਾਂ ਬਾਅਦ ਦੇ ਵਿੱਚ ਉਹਨਾਂ ਦੋਨੋਂ ਇਨਵਰਸ ਮੈਪਿੰਗਸ ਨੂੰ ਸੇਮ ਸ਼ੋ ਕਰ ਦਾਂਗੇ। ਤੁਹਾਨੂੰ ਯਾਦ ਹੈ ਕਿ ਜਦ ਆਪਾਂ ਕਦੇ ਵੀ ਦੋ ਮੈਪਿੰਗਸ ਨੂੰ ਇਕੁਅਲੀ ਸ਼ੋ ਕਰਨਾ ਹੁੰਦਾ, ਪਹਿਲਾਂ ਤੁਸੀਂ ਇਹ ਕਨਸੈਪਟ ਸਮਝ ਲਓ ਕਿਉਂਕਿ ਉਹ ਕਨਸੈਪਟ ਇੱਥੇ ਮਤਲਬ ਯੂਜ਼ ਹੋਏਗਾ। ਬੱਚੇ ਜਿਵੇਂ ਤੁਹਾਡੇ ਕੋਲ ਦੋ ਰੀਅਲ ਨੰਬਰਸ ਇਕੁਅਲ ਹੁੰਦੇ ਨੇ, ਕੁਝ ਵੀ ਮਤਲਬ ਦੋ ਸੈਟਸ ਇਕੁਅਲ ਕਰਨ ਵਾਸਤੇ ਆਪਾਂ ਨੂੰ ਸਬਸੈਟ ਪ੍ਰੂਵ ਕਰਨਾ ਪੈਂਦਾ, ਆਪਾਂ ਲਾਸਟ ਈਅਰ ਪੜ੍ਹਿਆ ਹੈ। ਐਵੇਂ ਨਾ ਜੇ ਆਪਾਂ ਦੋ ਮੈਪਿੰਗਸ ਨੂੰ ਇਕੁਅਲ ਸ਼ੋ ਕਰਨਾ ਤਾਂ ਉਸਦੀ ਵੀ ਕੰਡੀਸ਼ਨ ਹੁੰਦੀ ਹੈ। ਜੇ ਮੰਨ ਲਓ ਤੁਹਾਡੇ ਕੋਲ ਇੱਕ ਐਫ ਮੈਪਿੰਗ ਹੈ, ਇੱਕ ਤੁਹਾਡੇ ਕੋਲ ਜੀ ਮੈਪਿੰਗ ਹੈ, ਤੁਸੀਂ ਇਹਨਾਂ ਦੋਨੋਂ ਮੈਪਿੰਗਸ ਨੂੰ ਇਕੁਅਲ ਸ਼ੋ ਕਰਨਾ ਚਾਹੁੰਦੇ ਹੋ ਵੀ ਐਫ ਤੇ ਜੀ ਮੈਪਿੰਗਸ ਦੋਨੋਂ ਕੀ ਹੋਣ, ਇਕੁਅਲ ਹੋਣ। ਦੋ ਮੈਪਿੰਗਸ ਸਾਡੇ ਕੋਲ ਕਦੋਂ ਇਕੁਅਲ ਹੁੰਦੀਆਂ ਨੇ, ਜਦੋਂ ਉਹਨਾਂ ਦੀ ਡੋਮੇਨ ਵੀ ਸੇਮ ਆ ਜੇ ਤੇ ਉਹਨਾਂ ਦੀ ਕੋਡੋਮੇਨ ਵੀ ਸੇਮ ਹੋਵੇ, ਮਤਲਬ ਦੋਨਾਂ ਦੀ ਕੋਡੋਮੇਨ ਵੀ ਸੇਮ ਹੋਣੀ ਚਾਹੀਦੀ ਹੈ। ਜੇ ਐਫ ਮੈਪਿੰਗ x2y ਜਾ ਰਹੀ ਹੈ, ਜੀ ਮੈਪਿੰਗ ਵੀ x2y ਜਾ ਰਹੀ ਹੈ, ਠੀਕ ਹੈ, ਤਾਂ ਹੁਣ ਐਫ ਆਫ x2y ਤੇ ਜੀ ਆਫ x2y ਦੋਨਾਂ ਦੀ ਰੇਂਜ ਡੋਮੇਨ ਤੇ ਕੋਡੋਮੇਨ ਸੇਮ ਹੈ। ਉਸ ਤੋਂ ਬਾਅਦ ਮੇਨ ਕੰਡੀਸ਼ਨ for all x belongs to capital X, f of x is equal to g of x। ਮਤਲਬ ਕਿ ਜਦ ਆਪਾਂ ਉਸਦੇ ਵਿੱਚ ਡੋਮੇਨ ਦਾ ਕੋਈ ਵੀ ਪੁਆਇੰਟ ਐਫ ਮੈਪਿੰਗ 'ਚ ਪੁੱਟ ਕਰੀਏ ਤੇ ਉਹੀ ਪੁਆਇੰਟ ਜੀ ਮੈਪਿੰਗ 'ਚ ਪੁੱਟ ਕਰੀਏ, ਉਹਨਾਂ ਦੀ ਜਿਹੜੀ ਰੇਂਜ ਦਾ ਮਤਲਬ ਉਹਨਾਂ ਦਾ ਜਿਹੜਾ ਆਨਸਰ ਆ ਰਿਹਾ ਉਹ ਵੀ ਸਾਡੇ ਕੋਲ ਕੀ ਆਉਣਾ ਚਾਹੀਦਾ, ਸੇਮ ਆਉਣਾ ਚਾਹੀਦਾ। ਤਾਂ ਆਪਾਂ ਕਹਿ ਦਾਂਗੇ ਕਿ ਸਾਡੇ ਕੋਲ ਇਹ ਦੋਨੋਂ ਮੈਪਿੰਗਸ ਕੀ ਨੇ, ਇਕੁਅਲ ਮੈਪਿੰਗਸ ਨੇ। ਤੁਹਾਨੂੰ ਮਤਲਬ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛ ਰਹੀ ਹਾਂ, ਦੇਖੋ ਜਿਵੇਂ ਹੁਣ ਤੁਹਾਡੇ ਕੋਲ ਨਾ ਇੱਕ ਐਗਜ਼ਾਮਪਲ ਹੈ ਬੜੀ ਵਧੀਆ, ਮਤਲਬ ਇਹ ਫੰਕਸ਼ਨ ਹੈ, ਇੱਕ ਫੰਕਸ਼ਨ ਲਿੱਤਾ ਮੈਨੇ ਐਫ ਆਫ ਐਕਸ ਇਜ਼ ਇਕੁਅਲ ਟੂ ਐਕਸ ਬਾਏ ਐਕਸ, ਇੱਕ ਮੈਨੇ ਲਿੱਤਾ ਜੀ ਆਫ ਐਕਸ ਇਜ਼ ਇਕੁਅਲ ਟੂ 1। ਮੈਨੇ ਦੋ ਫੰਕਸ਼ਨਸ ਲਿੱਤੇ, ਤੁਹਾਨੂੰ ਇਹ ਕਿ ਦੋ ਫੰਕਸ਼ਨਸ ਆਪਸ ਦੇ ਵਿੱਚ ਇਕੁਅਲ ਹੈਗੇ ਆ, ਮਤਲਬ ਇਹ ਫੰਕਸ਼ਨਸ ਜਿਹੜੇ ਮੈਨੇ ਲਿੱਤੇ ਨੇ ਕਿ ਇਕੁਅਲ ਹੈਗੇ ਨੇ। मतलब कई बच्चे कहेंगे हाँ तो कई नहीं भी कहेंगे। इसका रीज़न की है, ये फंक्शन दोनों आपस ਦੇ ਵਿੱਚ इक्वल नहीं हैगे। वैसे ਤੁਸੀਂ ਕਹੋਗੇ एक्स ਨਾਲ एक्स कैंसल आउट होके 1 आ जाएगा, बट ਤੁਸੀਂ ਇਹ ਦੇਖੋ ਕਿ ਜਿਹੜੀ एफ फंक्शन ਦੀ ਡੋਮੇਨ ਹੈ इट इज़ अ सैट ऑफ रियल माइनस 0, मतलब 0 ਉਸਦੇ ਵਿੱਚ ਨਹੀਂ ਆ ਸਕਦਾ, 0/0 ਨਾਲ ਤਾਂ ਕੁਛ ਨਹੀਂ ਹੋਏਗਾ। ਤੇ ਜਿਹੜੀ जी फंक्शन ਦੀ ਡੋਮੇਨ ਹੈ इट इज़ अ रियल नंबर, रियल सेट है, ठीक है, इजी डोमेन की है पूरा रियल सेट। सो दीज टू फंक्शंस आर नॉट इक्वल टू ईच अदर बिकॉज देयर डोमेन इज़ नॉट सेम। हाँ बाकी आप एक्सैप्ट 0, ਆਪਾਂ ਜੇ ਡੋਮੇਨ ਦੇ ਵਿੱਚੋਂ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਪੁਆਇੰਟ ਪੁੱਟ ਕਰਦੇ ਆ ਨਾ ਤਾਂ ਇਹਨਾਂ ਦਾ ਆਨਸਰ ਸੇਮ ਆਉਂਦਾ, ਬਟ ਇਹਨਾਂ ਦੀ ਡੋਮੇਨ ਨਾਲ ਸੇਮ ਹੋਣ ਕਰਕੇ ਥੀਸ ਟੂ ਫੰਕਸ਼ਨਸ ਆਰ ਨੋਟ ਇਕੁਅਲ। ਦੋ ਫੰਕਸ਼ਨਸ ਇਕੁਅਲ ਪਤਾ ਲੱਗੇ ਜਦੋਂ ਉਹਨਾਂ ਦਾ ਮੇਨ ਗੱਲ ਇਹ ਵੀ ਹੈ ਕਿ ਡੋਮੇਨ ਕੋਡੋਮੇਨ ਇਕੁਅਲ ਹੋਣ ਤੋਂ ਇਲਾਵਾ ਨਾ ਡੋਮੇਨ ਦੇ ਹਰ ਇੱਕ ਪੁਆਇੰਟ ਦੇ ਕੋਰਸਪੋਂਡਿੰਗ ਜਿਹੜਾ ਉਹਦਾ ਆਨਸਰ ਆਵੇ ਉਹ ਵੀ ਸਾਡੇ ਕੋਲ ਕੀ ਆਉਣਾ ਚਾਹੀਦਾ, ਸੇਮ ਆਉਣਾ ਚਾਹੀਦਾ। ਠੀਕ ਹੈ, ਇਹ ਤੁਹਾਡੇ ਕੋਲ ਜਦ ਵੀ ਦੋ ਮੈਪਿੰਗਸ ਨੂੰ ਤੁਸੀਂ ਇਕੁਅਲ ਕਹਿਣਾ ਚਾਹੁੰਦੇ ਹੋ ਉਸ ਦੇ ਵਾਸਤੇ ਕੰਡੀਸ਼ਨ ਹੈ। ਠੀਕ ਹੈ, ਚਲੋ ਆਪਾਂ ਮੇਨ ਕੰਮ ਕੀ ਕਰ ਲਏ ਸੀ ਕਿ ਆਪਣੇ ਕੋਲ ਇੱਕ ਫੰਕਸ਼ਨ ਹੈ ਜਿਹੜਾ ਕਿ x2 ਲੈ ਕੇ y ਤੱਕ ਜਾ ਰਿਹਾ। ਦਿਸ ਫੰਕਸ਼ਨ ਇਜ਼ ਇਨਵਰਟੀਬਲ ਫੰਕਸ਼ਨ, ਵੀ ਹੈਵ ਟੂ ਪ੍ਰੂਵ ਡੈਟ ਇਟ ਹੈਜ਼ ਅ ਯੂਨੀਕ ਇਨਵਰਸ। ਫਸਟਲੀ ਆਈ ਵਿਲ ਟੇਕ
two functions which is which are inverse of the function f, and after that I will prove that these two different functions are not different, these two are same function. If these two functions are same, then the functions has a unique inverse. Firstly I will take there exist, let there exist g1 and g2 are two functions which are inverse of function f. Okay. g1 g2 are two functions which are inverse of function f. So g1 y2x, g2 also y2x, these two functions, क्योंकि थोनू पता ही होगा जी एफ फंक्शन x2 लेके y तक जा रहा है तो उसका इनवर्स y2 लेके x तक जाएगा, g2 का भी y2 लेके x तक जाएगा। दोनों की डोमेन कोडोमेन तो इक्वल होगी, बट जी मेन कंडीशन है फॉर ईच पॉइंट इन द डोमेन देयर कोरसपोंडिंग आ सेम आंसर, ठीक है ना जी। चलो हुण आपां की कीता, आपां लेके चल पे भी g1 है, g1 ਦੇ ਵਿੱਚ ਜੇ ਅਸੀਂ y1 ਦਾ y ਸੈੱਟ ਦਾ y1 ਕੋਈ ਵੀ ਪੁਆਇੰਟ ਲਿੱਤਾ y, ਅਸੀਂ ਲੈ ਕੇ ਚੱਲ ਪਏ ਵੀ g1 ਦੇ ਵਿੱਚ ਜੇ ਅਸੀਂ y1 ਪੁੱਟ ਕਰਦੇ ਆ ਉਸਦਾ ਆਨਸਰ ਤਾਂ ਆਉਂਦਾ x1, g2 ਦੇ ਵਿੱਚ ਜੇ ਅਸੀਂ y1 ਪੁੱਟ ਕਰਦੇ ਆ ਉਸਦਾ ਆਨਸਰ ਆਉਂਦਾ x2। ਅਸੀਂ ਸਪੋਜ਼ ਕਰ ਲਿਆ ਕਿ ਚਲੋ g1 y1 ਦੇ ਵਿੱਚ x1 ਆਉਂਦਾ, g2 ਦੇ ਵਿੱਚ y1 ਪੁੱਟ ਕਰੇ ਤਾਂ ਉਸਦਾ ਆਨਸਰ ਕੀ ਆਉਂਦਾ x2 ਆਉਂਦਾ। ਮਤਲਬ मैंने की किया, मैंने डोमेन का पॉइंट तो सेम रख के उन्होंने आंसर अलग अलग ले ले, बट थोनू पता है कि जे आप दो मैपिंग्स नू इक्वल कहना चाहते हैं ना, उन्होंने डोमेन कोडोमेन के इक्वल होने तो इलावा डोमेन का जे कोई पॉइंट दोनों मैपिंग्स के विच लिता जाता है उस दे लई कोरसपोंडिंग आंसर भी की आना चाहिए, सेम आना चाहिए हर एक पॉइंट के लिए डोमेन के। मैंने कोई y1 लिता, मैंने जान मतलब इसनू गलत तरीके नाल ले लिया, मतलब g1 दे विच y1 का आंसर मैंने x1 ले लिया, g2 ਦੇ ਵਿੱਚ y1 ਦਾ ਆਨਸਰ x2 ਲੈ ਲਿਆ ਜੀ। ਮੈਂ ਸ਼ੋ ਕਰਦਾ ਕਿ x1 ਤੇ x2 ਦੋਨੋਂ ਹੀ ਸੇਮ ਨੇ, ਇਸ ਦਾ ਮਤਲਬ ਕੀ ਹੈ ਕਿ y1 ਦੇ ਕੋਰਸਪੋਂਡਿੰਗ ਇਹਨਾਂ ਦੋਨਾਂ ਦਾ ਆਨਸਰ ਸੇਮ ਹੈ। ਸਿਮਿਲਰਲੀ ਜੇ ਮੈਂ ਕੋਈ ਹੋਰ ਪੁਆਇੰਟ ਲਵਾਂਗੀ ਉਸ ਦੇ ਕੋਰਸਪੋਂਡਿੰਗ ਮੈਂ ਆਨਸਰ ਕੀ ਕਰ ਦੂੰਗੀ, ਸੇਮ ਕਰ ਦੂੰਗੀ। ਇਸ ਤਰੀਕੇ ਨਾਲ g1 ਤੇ g2 ਮੈਪਿੰਗਸ ਦੇ ਵਿੱਚ ਜਿਹੜੇ ਹਰ ਇੱਕ ਡੋਮੇਨ ਦੇ ਕੋਰਸਪੋਂਡਿੰਗ ਹਰ ਇੱਕ ਪੁਆਇੰਟ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਕੀ ਆਈ ਜਾਊਗਾ, ਸੇਮ ਆਨਸਰ ਆਈ ਜਾਊਗਾ। ਦੈਨ ਦਾ g1 ਐਂਡ g2 ਮੈਪਿੰਗਸ ਆਰ ਇਕੁਅਲ ਸ਼ੋ ਹੋ ਜਾਣਗੀਆਂ। तो इसका मतलब क्या होगा कि तुहाडे कोल एफ फंक्शन दे जिहड़े असीं दो इनवर्स लेके चले, दीज टू फंक्शन दोज इनवर्स मैपिंग्स आर सेम। देखो हुण तुहानूं एक गल पता है जी g1 दे विच y1 पुट हो रहा उसका आंसर x1 आ रहा है, तो तुहानूं पता है एफ साडे कोल उसका इनवर्स है, g1 का भी अपने इनवर्स लिता क्योंकि आप जो g1 नूं एफ मैपिंग का इनवर्स लिता है तो g1 के लिए एफ मैपिंग इनवर्स होगी, तो g2 के लिए भी एफ मैपिंग इनवर्स होगी। इसका मतलब क्या कि जो g1 के y1 पुट हो रहा है उसका आंसर x1 आ रहा है, तो एफ ऑफ दे विच x1 पुट हो रहा होगा उसका आंसर क्या आएगा y1, तो एफ दे x2 पुट हो रहा है उसका आंसर क्या आएगा y2। इट्स मीन एफ ऑफ x1 इज इक्वल टू एफ ऑफ x2, बट एफ मैपिंग इज इनवर्टिबल, इट इज़ अ 1-1 मैप। मतलब जे इफ दी मतलब साने की देखिए कि एफ ऑफ x1 तो एफ ऑफ x2 का आंसर सेम आ रहा है, ठीक है। पर आपां नूं पता एफ मैपिंग की इनवर्टिबल 1-1 मैपिंग भी है। इसका मतलब की होया कि x1 तो x2 दोनों एलीमेंट्स नूं की होना पेगा, सेम होना पेगा। उत्थों की पता लगे कि जे आप g1 तो g2 के y1 तो y2 दो एलीमेंट्स लिते ना, उन्होंने कोरसपोंडिंग जोड़े आंसर आ रहे हैं वो सेम ही आ रहे हैं। इस तरीके नाल जे तुसीं डोमेन का कोई होर पॉइंट भी लोगे दोनों मैपिंग्स के विच उसका आंसर भी तुहाडे कोल की आ जाऊगा, सेम आ जाऊगा। फॉर एवरी पॉइंट इन द डोमेन ऑफ सैट जी ऑफ मैपिंग g1 एंड g2 देयर कोरसपोंडिंग आ सेम आंसर, ठीक है। सो g1 मैपिंग एंड g2 मैपिंग्स आर इक्वल मैपिंग, सो g1 मैपिंग इक्वल टू g2 मैपिंग। इफ g1 and g2 mappings are equal, these two mappings are the inverse of f function and these two mappings are equal, it's mean these two mapping the inverse of the f function is unique। We come to know this।
ਹੁਣ ਤੁਹਾਡੇ ਕੋਲ ਆਇਆ ਸੈਕਿੰਡ ਕੁਐਸਚਨ। ਬੱਚੇ ਤੁਹਾਨੂੰ ਯਾਦ ਹੋਏਗਾ ਕਿ ਮੈਨੂੰ ਇੱਕ ਗੱਲ ਸਮਝਾਈ ਸੀ ਲਾਸਟ ਵੀਡੀਓ ਦੇ ਵਿੱਚ, ਆਪਾਂ ਇੱਕ ਕੁਝ ਡਿਸਕਸ ਕੀਤਾ ਸੀ। ਆਪਾਂ ਪੜ੍ਹਿਆ ਸੀ ਇਫ ਟੂ ਫੰਕਸ਼ਨਸ ਆਰ 1 1 ਐਂਡ ਓਨ ਟੂ ਦੈਨ ਦਾ ਕੰਪੋਜੀਸ਼ਨ ਆਫ ਥੀਸ ਟੂ ਫੰਕਸ਼ਨਸ ਇਜ਼ ਆਲਸੋ 1 1 ਐਂਡ ਓਨ ਟੂ। ਬਟ ਇੱਕ ਕੰਡੀਸ਼ਨ ਆਪਣੇ ਦਿਮਾਗ 'ਚ ਬਿਠਾ ਲਓ, ਜੇ ਤੁਹਾਡੇ ਕੋਲ ਦੋ ਫੰਕਸ਼ਨਸ 1 1 ਓਨ ਟੂ ਨੇ ਦੈਨ ਦੇਅਰ ਕੰਪੋਜੀਸ਼ਨ ਮੈਪਿੰਗਸ surely 1 1 and on to, ठीक है, we already prove this। बट प्रॉब्लम ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਖੁਦ ਫੰਕਸ਼ਨ 1 1 ਓਨ ਟੂ ਨਾ ਹੋਣ ਬਟ ਉਹਨਾਂ ਦੀ ਕੰਪੋਜੀਸ਼ਨ ਮੈਪਿੰਗ 1 1 ਓਨ ਟੂ ਹੋ ਸਕਦੀ ਹੈ। ਜੇ ਫੰਕਸ਼ਨਸ 1 1 ਓਨ ਟੂ ਨੇ ਦੈਨ ਦੇਅਰ ਕੰਪੋਜੀਸ਼ਨ ਮੈਪਿੰਗਸ ਇਜ਼ 1 1 ਓਨ ਟੂ, ठीक है, इस कोई डाउट नहीं। बट इफ वन फंक्शन इज 1 1 सेकेंड नोट 1 1 then their composition mapping can be 1 1 or similarly for in the case of on to। I will prove it। देखो मैंने एक एग्जाम्पल ली, गिव एग्जाम्पल्स ऑफ टू फंक्शंस। one function is f2 n2 z and g function z2 z such that golf is injective but g is not injective। मतलब ये की कह रहे हैं कि साने दो एक एवें दी एग्जाम्पल देनी है कि जिहदे विच साडे कोल f फंक्शन नैचुरल टू लेके इंटीजर तक चल रहा है तो g फंक्शन साडे कोल z2 लेके z तक चल रहा है। उस दे विच की हो रहा है कि उन्होंने दोनों की कंपोजिशन मैपिंग तो जिहड़ी आएगी वो 1 1 हो जाएगी बट उस दे विच जिहड़ी g मैपिंग है इट इज़ नॉट 1 1। अपन ने ये शो करना है भी कंपोजिशन मैपिंग 1 1 हो जाएगी बट जी मैपिंग इज़ नॉट 1 1। ठीक है, हुण आप इसनूं प्रूव करांगे। देखो बच्चे तुसी जे फंक्शन n2 z लेना है, तुसी f फंक्शन आइडेंटिटी फंक्शन ले लो, एफ एक्स इज़ इक्वल टू एक्स, कोई प्रॉब्लम नहीं। जे तुसी एफ फंक्शन आइडेंटिटी फंक्शन ले लिया एफ एक्स इज़ इक्वल टू एक्स, थोनू पता है एफ ऑफ x1 इज़ इक्वल टू एफ ऑफ x2, इट बिकम्स x1 इज़ इक्वल टू x2। सिंपल है। तो तुसी की देखिया कि जे तुसी दो एलीमेंट के आंसर सेम लेके चले, तुमने देखिया कि उन्होंने आंसर भी की आ रहा है, वो एलीमेंट खुद भी की आ रहे हैं, सेम आ रहे हैं। तो इतों की है भी एफ फंक्शन की हो गया, फंक्शन एफ इज़ इंजैक्टिव। हुण जी फंक्शन है जिहड़ा वो मैंने z2 लेके z तक ले लिया। ठीक है, इस फंक्शन नूं मैं किस तरीके नाल डिफाइन कर लिया, जी एक्स इज़ इक्वल टू मॉडुलस एक्स। ठीक है, हुण थोनू ये मैं ऑलरेडी डिस्कस कर चुकी है, दिस फंक्शन इज़ नोट 1 1 बिकॉज इसनूं वैसे आप इस तरीके नाल शो भी कर सकते हैं, एक्स जे ग्रेटर दैन 0 है इट बिकम्स एक्स, एक्स लैस दैन 0 है इट बिकम्स माइनस एक्स, एक्स इज़ इक्वल टू 0 के उपर इट बिकम्स 0। ठीक है, तो तुमने इसनूं पढ़िया सीगा कि जिवें तुहाडे कोल मैं दोबारा तो करवा देनी है, आप इसनूं 1 1 देखना है, x1 तो x2 दो मैंने इंटीजर विचों लिते सच दैट एफ ऑफ x1 इज़ इक्वल टू एफ ऑफ x2। मैंने एक बार x1 तो x2 इंटीजर चो ले ले तो ग्रेटर दैन 0 ले ली दोनों, तो ग्रेटर दैन 0 ली तो दोनों के लिए ये मैपिंग चलेगी x1 इज़ इक्वल टू x2। इन दिस केस दोनों एलीमेंट खुद भी की हो गए सेम हो गए। इफ़ x1 x2 मैंने इंटीजर विचों ले ले, दोनों ही लैस दैन 0 ले ले, दोनों के आंसर सेम ले ले, एफ ऑफ x1 एफ ऑफ x2, इट बिकम्स माइनस एफ x1 माइनस x2, देन x1 इज़ इक्वल टू x2 आ गया। थर्ड केस मैंने की लिया, मैंने x1 ग्रेटर दैन 0 ले लिया, x2 लैस दैन 0 ले लिया, बोथ बिलोंग्स टू इंटीजर ले ले। ठीक है, दोनों के आंसर फिर सेम ले ले, एफ ऑफ x1 इज़ इक्वल टू एफ ऑफ x2, इट बिकम्स x1 इज़ इक्वल टू माइनस x2, x1 प्लस x2 इज़ इक्वल टू 0। हुण थोड़ी तीसरी कंडीशन आ गई जिसदे विच दोनों सेम नहीं आए, जे जां तो इस क्वेश्चन दे विच कंडीशन रिजैक्ट हो जाए जां फिर इस कंडीशन नूं जे सैटिस्फाई करदे सानूं दो x1 x2 इंटीजर्स दे विचों मिल गए, मतलब ये कंडीशन नहीं रिजैक्ट हुई तो साडे कोल फंक्शन 1 1 नहीं होएगा। बहुत सारे इंटीजर ने, जे तुसीं x1 ले लो पॉजिटिव 4, x2 ले लो -4, दैन सम ऑफ दीज टू इंटीजर इज़ 0 बट दीज टू एलिमेंट्स आर नॉट इक्वल एंड द आंसर ऑफ these two element are equal, so this function is not injective। मतलब अपन एक f फंक्शन ले लिया, एक g फंक्शन ले लिया, f फंक्शन इज इंजेक्टिव बट g फंक्शन इज नॉट इंजेक्टिव। नाउ I will prove that the composition of these two functions is injective। ਹੁਣ देखो इजी दोनों की कंपोजिशन मैपिंग डिफाइन करांगे, एफ एक्स इज़ इक्वल टू एक्स है, जी एक्स इज़ इक्वल टू एक्स ग्रेटर दैन 0, ये ऑलरेडी थोनू पता है। हुण आपां इन्हां दी गोफ मैपिंग डिफाइन करिए। देखो थोनू पता है एफ मैपिंग n2 z तक जा रही है, जी मैपिंग z2 z जा रही है, इट्स मीन
n to z ठीक है। हुन कि दिस मैपिंग इज़ अ f, दिस मैपिंग इज़ अ g ठीक है। दिस मैपिंग बिकम्स g ऑफ f n to z ठीक है। अपन हुन इसनूं करना है, ਆਪਾਂ इसनूं g ऑफ एफ एक्स लिख दिए। इसनूं ਆਪਾਂ किस तरीके नाल डिफाइन करांगे, g ऑफ एफ एक्स ठीक है। इसनूं जब मैं g ऑफ एक्स लिखिया इट बिकम्स g ऑफ एफ एक्स सानूं पता की है x है। हुन तुहाडे कोल देखो g ऑफ एक्स अगेन आ गया, जी ऑफ एक्स की है, जी एक्स ग्रेटर दैन 0 दैन एक्स लैस इक्वल टू 0 है दैन 0, एक्स लैस दैन 0 है इज़ माइनस एक्स। मतलब तुहाडे कोल गोफ मैपिंग दोबारा तो जी मैपिंग ही आ गई, इक्वल आ गई। बट उरी की है जी गोफ मैपिंग है इट इज़ फ्रॉम नैचुरल टू Z ठीक है। हुन गोफ मैपिंग तुहाडे कोल इंजैक्टिव होएगी, क्यों होएगी, क्योंकि तुहानूं पता है कि सेम जिवें तुसीं जी मैपिंग नूं कीता सी ना शो तुसीं सेम कर दोगे। बट इस दे विच जिहड़ी एक कंडीशन आएगी कि जिवें तुहाडे कोल आ जाएगा x1 प्लस x2 इज़ इक्वल टू 0, जिवें सेम, क्योंकि गोफ मैपिंग साडी सेम जी मैपिंग वाली बन रही है बट ये सेम नहीं हैगी, सेम डिफाइन सेम हो रही है बट इस सैट की है, सिर्फ सैट ऑफ नैचुरल नंबर। इस ये वाला केस होना ही नहीं बिकॉज आप नैगेटिव नंबर के उपर इसनूं डिफाइन करने की लोड़ ही नहीं, क्योंकि इसकी जी डोमेन है वो सैट ऑफ नैचुरल नंबर है। बट जी जी मैपिंग सी ना इसकी डोमेन की सी सैट ऑफ इंटीजर्स सीगा, इस करके साडे कोल गोफ मैपिंग दे लई साडे कोल x1 प्लस x2 इज़ इक्वल टू 0 आ गया। बट इस जी थोड़े को कंडीशन है इसने x1 x2 इक्वल टू 0, क्योंकि इतने सैट कि नैचुरल नंबर का वो सैट कि इंटीजर का, तो देयर डज नॉट एग्जिस्ट एनी x1 x2 बिलोंग्स टू नैचुरल नंबर ना, वो सम इज़ अ 0, सम ऑफ द टू नैचुरल नंबर कैन नॉट बी 0 ना। सो अंडर दिस डोमेन दिस कंडीशन इज रिजेक्टेड, सो गोफ मैपिंग इज 1 मतलब इफ वन मैपिंग इज इंजेक्टिव ना देन वी कैन डिफाइन एनी कंपोजिशन मैपिंग विच कैन बी इंजेक्टिव। इफ टू मैपिंग्स आर इंजेक्टिव then their composition mappings is injective no doubt। देखो हुण तुहाडे कोल नैक्सट एग्जाम्पल है, मतलब अपनी एक एग्जाम्पल देनी है जिस दे विच आपां 2 फंक्शनस लेंगे, वन फंक्शन इज़ नैचुरल टू नैचुरल एंड सैकेंड फंक्शन इज़ नैचुरल टू नैचुरल आल्सो, दैन सच डैट वी गो उन्होंने दोनों की कंपोजिशन मैपिंग दैट इज़ अ गोफ मैपिंग इज़ ऑन टू बट एफ इज़ नॉट ऑन टू, वी हैव टू प्रूव दिस ठीक है। सब तो सपोज जे आप एफ एक्स इज इक्वल टू एक्स प्लस 1 ले लिए ठीक है, तो ये कितों नैचुरल टू लेके नैचुरल है ना, दिस मैपिंग इज ऑन टू वाई, देखो नैचुरल टू नैचुरल है, ऑन टू वास्ते थोनू पता है कि इधरों हर एक वाई वास्ते तुसी एक एक्स एग्जिस्ट करवाना होंगे जिसका वो आंसर बन जाए, मतलब इधर एलीमेंट कोई भी खाली नहीं रहना चाहिए। मैंने वाई कोई नैचुरल नंबर विच लिता तो मैंने मान लिया कि वाई चलो किसी एक्स का की है आंसर है, नाउ दिस एक्स मस्ट बी बिलोंग्स टू एन नैचुरल सेट। इफ दिस एक्स बिलोंग्स टू नैचुरल सेट then the every y there exists a x, so this function is on to, then now y is equal to x plus 1, now y minus 1 is equal to x ठीक है। हुण तुसीं ये देखो कि हर एक वाई वास्ते कि एक्स नैचुरल नंबर होएगा, जे वाई 2 ले लिए तो एक्स 1 हो जाएगा, वाई 3 ले लिए तो 2 हो जाएगा, जे आप वाई 1 ले लिए दैन एक्स इज़ इक्वल टू 0 बट एक्स डज नॉट बिलोंग्स टू दिस इन दिस केस नैचुरल नंबर। सो इसका मतलब क्या कि जे इत्थे वाई 1 होया ना देयर डज नॉट एग्जिस्ट एनी एक्स हुज आंसर इज़ 1, मतलब 1 इत्थे खाली रह गया, ये वाला 1 एलीमेंट इत्थे की रह गया खाली रह गया, मतलब वो किसी का भी आंसर नहीं बन सकिया ठीक है। दैट्स मीन एफ फंक्शन इज़ नॉट ऑन टू, एफ फंक्शन की हो गया साडे एक फंक्शन डिफाइन करता कि जिहड़ा ऑन टू नहीं हैगा। हुण देखो तुहाडे कोल जी फंक्शन की है, जे ये भी नैचुरल टू नैचुरल ही जा रहा है ठीक है। एफ फंक्शन अपनी नोट ऑन टू शो करता बट आप जी फंक्शन ऑन टू शो कर देंगे। जे एक्स की वैल्यू 1 तो बड़ी है, एक्स ग्रेटर दैन 1 है तो फंक्शन इस तरीके ने डिफाइन कर लिया, एक्स इक्वल टू 1 के लिए आंसर की देता 1 देता ठीक है। हुण अपने कोल फंक्शन जी n2 लेके n तक जा रहा है, तुसी देखो अपन इसनूं ऑन टू शो करना है ना,
ਵੈਸੇ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਰਫ ਕੰਮ 'ਚ ਵੀ ਦੇ ਸਕਦੇ ਹੋ। ਇਸ ਦੇ ਵਿੱਚ ਕੀ ਹੋ ਰਿਹਾ, 1 ਦਾ ਆਂਸਰ ਕੀ ਆ ਰਿਹਾ, ਸਿੰਪਲ 1 ਆ ਰਿਹਾ ਹੈ ਨਾ, ਕਿਉਂਕਿ ਇਹਨਾਂ ਨੇ ਇਹ ਕਹਿ ਰੱਖਿਆ ਕਿ x = 1 ਦੇ ਲਈ ਆਂਸਰ ਕੀ ਹੈ 1। ਜੇ x ਦੀ ਵੈਲਿਊ 1 ਤੋਂ ਬੜੀ ਹੈ ਤਾਂ ਉਸ ਦੇ ਲਈ ਫੰਕਸ਼ਨ ਸਾਨੂੰ ਇਹ ਦਿੱਤਾ ਹੋਇਆ, x ਦੀ ਵੈਲਿਊ 2 ਦੇ ਲਈ ਆਂਸਰ ਕੀ ਆ ਜਾਊਗਾ 1 ਹੀ ਆ ਜਾਏਗਾ। 3 ਦੇ ਲਈ ਆਂਸਰ ਕੀ ਆ ਜਾਏਗਾ 2 ਆ ਜਾਊਗਾ। 4 ਦੇ ਲਈ ਸਾਡੇ ਕੋਲ ਆਂਸਰ ਕੀ ਆ ਜਾਊਗਾ 5 ਆ ਜਾਊਗਾ। ਤਾਂ ਤੁਸੀਂ ਕੀ ਦੇਖ ਰਹੇ ਹੋ, ਹਰ ਇੱਕ y ਜਿਹੜਾ ਕਿ ਇਸ ਨੈਚੁਰਲ ਨੰਬਰ ਦੇ ਵਿੱਚ ਆ ਰਿਹਾ, ਹਰ ਇੱਕ y ਜਿਹੜਾ ਕਿ ਨੈਚੁਰਲ ਨੰਬਰ ਦੇ ਵਿੱਚ ਆ ਰਿਹਾ, ਦੇਅਰ ਐਗਜ਼ਿਸਟ x ਕਿਵੇਂ ਦਾ, ਦੇਖੋ ਉਹਦੇ ਲਈ ਉਹਦਾ ਕੁਐਸਚਨ ਕਿਵੇਂ ਦਾ, ਉਸ ਤੋਂ ਇੱਕ ਮਾਈਨਸ ਹੈ, ਦੇਅਰ ਐਗਜ਼ਿਸਟ x y -1 ਟਾਈਪ ਦਾ ਹੋਏਗਾ, ਕਿਉਂਕਿ ਦੇਖੋ ਹਰ ਇੱਕ y ਜਿਹੜਾ ਵੀ ਨੈਚੁਰਲ ਨੰਬਰ ਹੈ ਉਹਦੇ ਲਈ x y -1 ਮਤਲਬ ਜੇ ਆਪਾਂ ਇਹਨੂੰ ਪਰਟੀਕੂਲਰ ਜਿਵੇਂ ਪਿਛਲੇ ਕੇਸ ਦੇ ਵਿੱਚ ਲਿੱਤਾ ਸੀ y 1 ਲੈ ਲਈਏ, y 1 ਦੇ ਲਈ x 0 ਆ ਜਾਏਗਾ। ਬਟ ਉਰੇ ਇਸ ਕੁਐਸਚਨ ਦੇ ਵਿੱਚ ਇਹ ਫੰਕਸ਼ਨ ਔਨ ਟੂ ਇਸ ਕਰਕੇ ਹੋ ਗਿਆ ਕਿਉਂਕਿ ਪਿਛਲੀ ਵਾਰ ਆਪਣੇ ਕੋਲ 1 ਕਿਸੇ ਦਾ ਆਂਸਰ ਨਹੀਂ ਬਣ ਪਾ ਰਿਹਾ ਸੀ ਨਾ, ਤਾਂ ਆਪਣੇ ਇਸ ਵਾਰ ਉਸ 1 ਦੇ ਲਈ ਅਲੱਗ ਹੀ ਕੇਸ ਡਿਸਕਸ ਕਰ ਲਿਆ ਕਿ 1 ਦਾ ਆਂਸਰ ਹੀ ਸਿੰਪਲ 1 ਕਹਿਤਾ। ਇਸ ਕਰਕੇ ਆਪਾਂ y ਉਰੇ ਤੋਂ 1 ਲੈ ਨਹੀਂ ਸਕਦੇ ਹੈਗੇ ਕਿਉਂਕਿ 1 ਦੇ ਲਈ ਤਾਂ ਕੁਐਸਚਨ ਸਾਨੂੰ ਪਤਾ ਹੀ ਹੈ ਕਿ ਸਿੱਧਾ x ਹੈਗਾ ਹੀ ਹੈ, ਸੌਰੀ 1 ਹੈਗਾ ਹੀ ਹੈ। ਆਪਾਂ y ਜੇ 2 ਲਵਾਂਗੇ ਤਾਂ ਸਾਡੇ ਕੋਲ x 1 ਆ ਗਿਆ, y 3 ਲਵਾਂਗੇ ਤਾਂ ਸਾਡੇ ਕੋਲ x 2 ਆ ਗਿਆ। ਮਤਲਬ ਫॉर all y belongs to natural number there exists x belongs to natural number such that f of g of x is equal to y। ਮਤਲਬ ਹਰ ਇੱਕ y ਦੇ ਲਈ ਇੱਧਰ ਆਪਣੇ ਕੋਲ ਇੱਕ ਕੁਐਸਚਨ ਐਗਜ਼ਿਸਟ ਕਰ ਗਿਆ ਤਾਂ ਦੈਨ g ਫੰਕਸ਼ਨ ਇਜ਼ ਔਨ ਟੂ ਫੰਕਸ਼ਨ। ਠੀਕ ਹੈ, ਹੁਣ ਤੁਸੀਂ ਇਹ ਦੇਖੋਗੇ, ਤੁਸੀਂ ਦੇਖਿਆ ਕਿ ਐਫ ਫੰਕਸ਼ਨ ਵੀ ਔਨ ਟੂ ਹੈ ਬਟ ਜੀ ਫੰਕਸ਼ਨ ਇਜ਼ ਨੋਟ ਔਨ ਟੂ, ਸੌਰੀ ਐਫ ਫੰਕਸ਼ਨ ਇਜ਼ ਨੋਟ ਔਨ ਟੂ, ਜੀ ਫੰਕਸ਼ਨ ਇਜ਼ ਔਨ ਟੂ। ਨਾਓ ਵੈਨ ਯੂ ਡਿਫਾਈਨਡ ਗੋਫ ਮੈਪਿੰਗ ਨਾ ਇਟ ਇਜ਼ ਅ ਔਨ ਟੂ, ਦਿਸ ਇਜ਼ ਇਹ ਹੁਣ ਤੁਸੀਂ ਖੁਦ ਪ੍ਰੂਵ ਕਰੋਗੇ, ਤੁਹਾਡਾ ਵਰਕ ਹੈ, ਤੁਸੀਂ ਇਸ ਨੂੰ ਪ੍ਰੂਵ ਕਰਿਓ। ਜੇ ਕੋਈ ਪ੍ਰੋਬਲਮ ਆਏਗੀ ਤਾਂ ਮੇਰੇ ਨਾਲ ਡਿਸਕਸ ਕਰਿਓ। ਹੁਣ ਤੁਸੀਂ ਇਸ ਨੂੰ ਪ੍ਰੂਵ ਕਰਕੇ ਮੈਨੂੰ WhatsApp 'ਤੇ ਪਿਕਸ ਸੈਂਡ ਕਰਨੀਆਂ ਨੇ ਜਿਹਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੈ ਕਿ ਦੋਨੋਂ ਫੰਕਸ਼ਨ ਤਾਂ ਤੁਹਾਨੂੰ ਪਤਾ ਲੱਗੇ ਇੱਕ ਔਨ ਟੂ ਹੈਗਾ ਤੇ ਇੱਕ ਨਹੀਂ ਹੈਗਾ, ਤੇ ਤੁਸੀਂ ਸ਼ੋਅ ਕਰਨਾ ਕਿ ਗੋਫ ਮੈਪਿੰਗ ਇਜ਼ ਔਨ ਟੂ। ਠੀਕ ਹੈ, ਤੇ ਜੇ ਕੋਈ ਪ੍ਰੋਬਲਮ ਆਈ ਤਾਂ ਮੇਰੇ ਨਾਲ ਡਿਸਕਸ ਜ਼ਰੂਰ ਕਰਿਓ। ਥੈਂਕ ਯੂ। ਓਕੇ ਬੱਚੇ।